ਨੌਵੇਂ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੀ ਵਿਚਾਰ ਆਪਾਂ ਕਰ ਰਹੇ ਹਾਂ। ਗੁਰੂ ਸਾਹਿਬ ਕਰਾ ਰਹੇ ਨੇ 41 ਸ਼ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਆਪਾਂ ਪਿੱਛੇ ਵਿਚਾਰੇ ਹਨ। 42ਵਾਂ ਸ਼ਲੋਕ 1428 ਅੰਗ ਤੇ ਮਹਾਰਾਜ ਜੀ ਉਚਾਰਨ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਸਾਹਿਬ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਰਭ ਕਰਤ ਹੈ ਦੇਹ ਕੋ ਬਿਨ ਸੈਛਿਨ ਮੈਂ ਮੀਤ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਤੂੰ ਆਪਣੀ ਇਸ ਦੇਹ ਦਾ ਹੰਕਾਰ ਕਰਦਾ। ਇਸ ਦੇਹ ਦੀ ਹਉਮੈ ਹੰਕਾਰ ਤੇਰੇ ਹਿਰਦੇ ਵਿੱਚ ਪ੍ਰਬਲ ਹੈ। ਸੱਜਣਾ ਇੱਕ ਛਿਨ ਦੇ ਵਿੱਚ ਬਿਨਸਣ ਵਾਲੀ ਜਿਸ ਦਾ ਤੂੰ ਹੰਕਾਰ ਕਰਦਾ ਹੈ। ਹਾਲੇ ਬਣਾਈਆਂ ਹੋਈਆਂ ਇਮਾਰਤਾਂ, ਬਣਾਈਆਂ ਹੋਈਆਂ ਸੰਸਾਰ ਦੀਆਂ ਵਸਤੂਆਂ ਜਿਹੜੀਆਂ ਮਨੁੱਖ ਨੇ ਆਪਣੀਆਂ ਸਹੂਲਤਾਂ ਲਈ ਬਣਾਈਆਂ ਨੇ, ਸ਼ਾਇਦ ਇਹਨਾਂ ਦੀ ਕੁਝ ਸਮੇਂ ਲਈ ਬੁਨਿਆਦ ਹੋਵੇ, ਪਰ ਮਨੁੱਖੀ ਕਾਇਆ ਦੀ ਤਾਂ ਕੋਈ ਬੁਨਿਆਦ ਨਹੀਂ। ਕੁਝ ਨਹੀਂ ਪਤਾ ਕਿਹੜਾ ਅਖੀਰਲਾ ਦਮ ਹੋਵੇ, ਕਿਹੜਾ ਅਖੀਰਲਾ ਸਾਹ ਹੋਵੇ। ਤਦੇ ਸਾਹਿਬ ਕਹਿੰਦੇ ਹਮ ਆਦਮੀ ਹਾਂ ਇੱਕਦਮ ਇੱਕਦਮ ਵਾਲੇ ਬੰਦੇ ਹਾਂ। ਸਾਡੇ ਸਰੀਰ ਦੇ ਵਿੱਚੋਂ ਤਕਰੀਬਨ 12 ਉਂਗਲ ਸਵਾਸ ਬਾਹਰ ਆਉਂਦਾ ਤੇ 12 ਉਂਗਲ ਹੀ ਸਵਾਸ ਅੰਦਰ ਜਾਂਦਾ। ਅੰਦਰ ਜਾ ਕੇ ਉਹ ਸਵਾਸ 12 ਉਂਗਲ ਬਾਹਰ ਆਵੇ, ਮੁੜ ਕੇ ਉਹ ਵਾਪਸ ਅੰਦਰ ਆਵੇ ਕਿ ਨਾ ਆਵੇ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ। ਕਿਹੜਾ ਅੰਤਲਾ ਸਾਹ ਹੈ। ਤੇ ਸਾਹਿਬ ਨੌਵੇਂ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸੁਚੇਤ ਕਰਦਿਆਂ, ਸਾਵਧਾਨ ਕਰਦਿਆਂ ਕਹਿੰਦੇ ਵੀ ਤੂੰ ਆਪਣੀ ਇਸ ਦੇਹ ਦਾ ਕਾਹਦਾ ਗਰਵ ਕਰਦਾ। ਮਹਾਰਾਜ ਜੀ ਕਹਿੰਦੇ ਕਿਸ ਗੱਲੇ ਫੁੱਲਿਆ ਫਿਰਦਾ ਹੰਕਾਰ 'ਚ। ਜਦੋਂ 10 ਮਹੀਨੇ ਮਾਤਾ ਦੇ ਉਦਰ ਦੇ ਵਿੱਚ ਗੰਦਗੀ ਵਿੱਚ ਵਿਸ਼ਟਾ ਵਿੱਚ ਪੁੱਠਾ ਲਟਕਦਾ ਸੀ, ਤੈਨੂੰ ਉਹ ਦਿਨ ਕਿਵੇਂ ਭੁੱਲ ਗਿਆ। ਗਰਭ ਗਹਿਲੜੋ ਮੂੜੜੋ ਹਿਓਰੀ। ਕਿਸ ਗੱਲ ਕਰਕੇ ਹੰਕਾਰ ਦਾ ਤੈਨੂੰ, ਕਿਸ ਗੱਲ ਦਾ ਗਰਭ ਹੈ, ਕਿਸ ਗੱਲ ਦੀ ਹੈਂਕੜ ਦੇ ਵਿੱਚ ਹੈ ਜੀਵ ਤੂੰ ਟੁਰਿਆ ਫਿਰਦਾ। ਤੂੰ ਇਸ ਕੱਚੀ ਦੇਹ ਦੇ ਉੱਤੇ ਇੰਨਾ ਮਾਣ ਕਰੀ ਬੈਠਾ। ਇੱਥੇ ਤਾਂ ਪੱਥਰ ਦੀਆਂ ਬਣੀਆਂ ਇਮਾਰਤਾਂ ਵੀ ਢਹਿੰਦਿਆਂ ਦੇਰੀ ਨਹੀਂ ਲੱਗਦੀ। ਉਤੰਗੀ ਪਹਿੋਰੀ ਗਹਿਰੀ ਗੰਭੀਰੀ ਸਸੜ ਸਹੀਆ ਕਿਵ ਕਰੀ ਨਿਵਣ ਨਾ ਜਾਏ ਥਣੀ। ਗੱਛ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ। ਸੇਪੀ ਦੇਖੇ ਸੇਪੀ ਢਹਿੰਦੇ ਦੇਖ ਮੈਂ। ਉਹ ਵੀ ਢਹਿੰਦੇ ਵੇਖੇ ਨੇ ਜਿਨ੍ਹਾਂ ਨੂੰ ਬੜੇ ਬੜੇ ਚੂਨੇ ਲਾ ਕੇ ਮਜ਼ਬੂਤੀ ਨਾਲ ਬਣਾਇਆ ਗਿਆ ਸੀ। ਤੂੰ ਆਪਣੀ ਇਸ ਕੱਚੀ ਦੇਹ ਦੇ ਉੱਤੇ ਕਿਸ ਗੱਲ ਦਾ ਮਾਣ ਕਰਦਾ। ਗਰਭ ਗਹਿਲੜੋ ਕਾਹਦਾ ਹੰਕਾਰ ਹੈ। ਪਾਤਸ਼ਾਹ ਕਹਿੰਦੇ ਗਰਭ ਕਰਤ ਹੈ ਦੇਹ ਕੋ। ਇਸ ਦੇਹ ਦਾ ਹੰਕਾਰ ਕਰਦਾ। ਬਿਨ ਸੈ ਛਿਨ ਮੈਂ ਮੀਤ। ਇੱਕ ਛਿਨ ਦੇ ਵਿੱਚ ਦੇਹ ਬਿਨਸ ਜਾਂਦੀ। ਹਾਂਜੀ। ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇਹ ਜਗ ਜੀਤ। ਪਾਤਸ਼ਾਹ ਕਹਿੰਦੇ ਆ ਜਿਹੜੇ ਪ੍ਰਾਣੀ ਹਰੀ ਦਾ ਜਸ ਕਹਿੰਦੇ ਹਨ, ਹਰੀ ਦੀ ਸੋਭਾ ਕਰਦੇ ਹਨ, ਜਿਹੜੇ ਹਰੀ ਦੇ ਜਸ ਨੂੰ ਬਾਰੰਗ ਹਰ ਜਸ ਰੇ ਮਨਾ ਗਾਏ ਲੈ, ਜਿਹੜੇ ਹਰੀ ਦਾ ਜਸ ਗਾਇਨ ਕਰਦੇ ਨੇ, ਉਹ ਮਨੁੱਖ ਇਸ ਜਨਮ ਰੂਪੀ ਬਾਜੀ ਨੂੰ ਜਾਂ ਇਸ ਮਨੁੱਖੀ ਦੇਹ ਨੂੰ ਜਿੱਤ ਲੈਂਦੇ ਆ ਇਸ ਸੰਸਾਰ ਵਿੱਚ। ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ। ਉਹਨਾਂ ਨੇ ਇਸ ਜਗਤ ਵਿੱਚ ਆਪਣੇ ਇਸ ਜਨਮ ਨੂੰ ਨੌਵੇਂ ਪਾਤਸ਼ਾਹ ਕਹਿੰਦੇ ਜਿੱਤ ਲਿਆ। ਉਹਨਾਂ ਇਸ ਮਨੁੱਖੀ ਦੇਹ ਨੂੰ ਜਿੱਤ ਲਿਆ।
ਜਿਹੜੇ ਇਸ ਜਗਤ ਵਿੱਚ ਰਹਿ ਕੇ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਸ ਕਹਿੰਦੇ ਹਨ। ਜਿਹ ਘਟ ਸਿਮਰਨ RAM ਕੋ ਸੋ ਨਰ ਮੁਕਤਾ ਜਾਣ। ਜਿਸ ਦੇ ਘਟ ਵਿੱਚ ਹਿਰਦੇ ਵਿੱਚ ਸਿਮਰਨ ਹੈ ਪਰਮੇਸ਼ਰ ਦਾ, ਰਾਮ ਦਾ, ਮਹਾਰਾਜ ਜੀ ਕਹਿੰਦੇ ਉਹ ਨਰ ਮੁਕਤ ਜਾਣੋ। ਮੁਕਤ ਹੈ, ਜਿਉਂਦਿਆਂ ਜੀ ਮੁਕਤ ਹੈ ਜਿਸ ਦੇ ਹਿਰਦੇ 'ਚ ਵਾਹਿਗੁਰੂ ਵਸਦਾ। ਨਹੀਂ ਪਤਾ ਮਰਨ ਤੋਂ ਬਾਅਦ ਕਿੱਦਾਂ ਦੀ ਹੋਵੇਗੀ ਮੁਕਤੀ। ਪਾਤਸ਼ਾਹ ਕਹਿੰਦੇ ਉਹ ਤਾਂ ਜਿਉਂਦਿਆਂ ਹੀ ਮੁਕਤ ਹੈ। ਇਸ ਘਟ ਦੇ ਵਿੱਚ ਜਿਨ੍ਹਾਂ ਦੇ ਹਿਰਦਿਆਂ 'ਚ ਰਾਮ ਵਸਦਾ, ਉਹ ਤਾਂ ਜਿਉਂਦੇ ਜੀ ਹੀ ਮੁਕਤੀ ਦਾ ਸਾਖਸ਼ਾਤਕਾਰ ਕਰਕੇ ਉਸ ਦਾ ਅਨੁਭਵ ਕਰਦੇ ਹਨ, ਜੀਵਨ ਮੁਕਤ ਹਨ। ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਕੋਈ ਪਦਾਰਥ ਦੀ ਪਕੜ ਹੀ ਨਹੀਂ ਹੈ, ਬੰਧਨ ਹੀ ਨਹੀਂ ਹੈ, ਹਰਕ ਸੋਗ ਮਾਣ ਅਪਮਾਨ ਉਸਤਤ ਨਿੰਦਾ ਕੰਚਨ ਮਿੱਟੀ ਸਾਰਿਆਂ ਵਿੱਚ ਇੱਕ ਸਮਾਨ ਬਿਰਤੀ ਬਣੀ ਹੋਈ, ਉਹ ਤਾਂ ਮੁਕਤ ਹੈ। ਹਾਂਜੀ। ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਜਿਸ ਦੇ ਘਟ ਵਿੱਚ ਹਰੀ ਦਾ ਸਿਮਰਨ ਹੈ, ਮਹਾਰਾਜ ਜੀ ਕਹਿੰਦੇ ਉਹ ਨਰ ਤੇ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਵਿੱਚ ਕੋਈ ਅੰਤਰਾ, ਕੋਈ ਫਰਕ ਨਹੀਂ। ਵਾਹਿਗੁਰੂ। ਤੇ ਇਸ ਨਰ ਵਿੱਚ ਤੇ ਹਰੀ 'ਚ ਕੋਈ ਫਰਕ ਨਹੀਂ। ਵਾਹਿਗੁਰੂ। ਜਿਸ ਦੇ ਘਟ ਵਿੱਚ ਹਰੀ ਵਸਦਾ, ਹਰੀ ਦਾ ਸਿਮਰਨ ਵਸਦਾ, ਉਸ ਨਰ ਵਿੱਚ ਤੇ ਹਰੀ ਵਿੱਚ। ਤੇਹ ਨਰ ਹਰ ਅੰਤਰ ਨਹੀਂ, ਹਰੀ ਤੇ ਉਹਦੇ ਵਿੱਚ ਅੰਤਰਾ ਨਹੀਂ, ਫਰਕ ਨਹੀਂ। ਔਰ ਪਾਤਸ਼ਾਹ ਗੁਰਦੇਵ, ਨੌਵੇਂ ਗੁਰਦੇਵ ਕਹਿੰਦੇ ਇਸ ਗੱਲ ਨੂੰ ਸੱਚੀ ਕਰਕੇ ਮੰਨੀ, ਏਦਾਂ ਹਵਾ 'ਚ ਨਾ ਉਡਾ ਛੱਡੀ। ਇਹ ਸੱਚ ਹੈ ਕਿ ਹਰੀ ਦਾ ਸਿਮਰਨ ਕਰਨ ਵਾਲੇ ਸਿਮਰਨ ਦੀ ਬਰਕਤ ਨਾਲ ਹਰੀ ਵਰਗੇ ਹੋ ਗਏ, ਹਰੀ ਜਿਹੇ ਹੋ ਗਏ। ਉਹਨਾਂ ਵਿੱਚ ਤੇ ਹਰੀ 'ਚ ਕੋਈ ਫਰਕ ਨਹੀਂ ਰਿਹਾ। ਹਾਂਜੀ। ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੀ ਮਾਨ। ਪਰਮੇਸ਼ਰ ਦੀ ਇੱਕ ਭਗਤੀ, ਅਕਾਲ ਪੁਰਖ ਦੀ ਭਗਤੀ ਜਿਸ ਬੰਦੇ ਦੇ ਹਿਰਦੇ 'ਚ ਨਹੀਂ ਹੈ, ਜਿਹੜੇ ਰੱਬ ਦੀ ਭਗਤੀ ਤੋਂ, ਭਗਵਾਨ ਦੀ ਭਗਤੀ ਤੋਂ ਬਿਰਵੇ ਨੇ, ਖਾਲੀ ਨੇ, ਵਿਹੂਣੇ ਨੇ, ਬੰਦੇ ਬਣੇ ਨੇ, ਮਨੁੱਖ ਬਣਾਇਆ ਪਰਮੇਸ਼ਰ ਨੇ, ਪਰ ਮਨੁੱਖ ਬਣ ਕੇ ਵੀ ਪਰਮੇਸ਼ਰ ਦੀ ਭਗਤੀ ਤੋਂ ਵਿਹੂਣੇ ਹਨ। ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹੇ ਤਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਬੰਦੇ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਮਨੁੱਖੀ ਦੇਹ ਜਿਵੇਂ ਸੂਰ ਤੇ ਕੁੱਤੇ ਦੀ ਦੇਹ ਕਿਸੇ ਕੰਮ ਦੀ ਨਹੀਂ ਹੈ। ਕਹਿੰਦੇ ਉਸ ਦੇਹਾਂ ਦੇ ਸਮਾਨ ਉਹਨਾਂ ਦੀਆਂ ਦੇਹਾਂ ਨੇ ਜਿਹੜੇ ਪਰਮੇਸ਼ਰ ਦੀ ਭਗਤੀ ਤੋਂ ਵੀ ਹੋਣੇ ਨੇ। ਵਾਹਿਗੁਰੂ। ਨਾਨਕ ਮਾਨੋ ਤਾਹੇ, ਬੜੀ ਵੱਡੀ ਤਾੜਨਾ ਹੈ। ਤਿੰਨ ਪ੍ਰਕਾਰ ਦੇ ਜੀਵ ਹੁੰਦੇ, ਇੱਕ ਉੱਤਮ, ਮੱਧਮ ਤੇ ਕਨਿਸ਼ਟ, ਜਿਨ੍ਹਾਂ ਨੂੰ ਆਪਾਂ ਪਾਮਰ ਵੀ ਕਹਿ ਦਿੰਦੇ ਹਾਂ। ਜਦੋਂ ਉੱਤਮ ਨੂੰ ਉਪਦੇਸ਼ ਦੇਣਾ ਉਹਦੇ ਲਈ ਹੋਰ ਢੰਗ ਹੈ, ਮੱਧਮ ਨੂੰ ਹੋਰ ਢੰਗ ਨਾਲ। ਜਿਹੜਾ ਪਾਮਰ ਹੁੰਦਾ ਨਾ, ਕਨਿਸ਼ਟ, ਉਹਨੂੰ ਤਾੜਨਾ ਨਾਲ ਉਪਦੇਸ਼ ਦਿੱਤਾ ਜਾਂਦਾ। ਤੇ ਸਾਡੇ ਹਿਰਦਿਆਂ ਵਿੱਚ ਪਾਮਰਤਾਈ ਵੀ ਹੈ, ਇਸ ਕਰਕੇ ਤਾੜਨਾ ਵੀ ਕਰਦੇ ਨੇ। ਨੌਵੇਂ ਪਾਤਸ਼ਾਹ ਕਹਿੰਦੇ ਜਿਵੇਂ ਕੁੱਤੇ ਤੇ ਸੂਰ ਦਾ ਤਨ ਹੈ ਨਾ, ਵਿਅਰਥ, ਉਹ ਕੁੱਤੇ ਤੇ ਸੂਰ ਦਾ ਤਨ ਵੀ ਸ਼ਾਇਦ ਕਿਤੇ ਕੰਮ ਆ ਜਾਂਦਾ ਹੋਵੇ, ਕਹਿੰਦੇ ਇਹਦਾ ਤਨ ਉਹਦੇ ਨਾਲੋਂ ਵੀ ਨਿਕੰਮਾ ਹੈ। ਜੇ ਪਰਮੇਸ਼ਰ ਦੀ ਭਗਤੀ ਤੋਂ ਵਿਹੂਣਾ। ਅੱਗੇ ਜਾ ਕੇ ਮਹਾਰਾਜ ਜੀ ਫਿਰ ਕੂਕਰ ਦੇ ਬਾਰੇ ਵੀ ਦੱਸਦੇ ਵੀ ਉਹ ਵੀ ਚੰਗਾ, ਉਹਦੇ ਵਿੱਚ ਵੀ ਗੁਣ ਹੈ, ਦੱਸਦੇ। ਹਾਂਜੀ। ਸੁਆਮੀ ਕੋ ਗ੍ਰਹ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਕਹਿੰਦੇ ਜਿਵੇਂ ਕੁੱਤਾ ਆਪਣੇ ਮਾਲਕ ਦੇ ਘਰ ਦਾ ਦਰ ਦਾ ਦਰਵਾਜ਼ਾ ਨਹੀਂ ਛੱਡਦਾ, ਉਹਨੇ ਦਿਨ ਰਾਤ ਉਸ ਦਰਵਾਜ਼ੇ ਤੇ ਬੈਠੇ ਰਹਿਣਾ। ਮਾਲਕ ਦੋ ਪ੍ਰਸ਼ਾਦੇ ਪਾ ਜੇ ਛਕ ਲੈਂਦਾ, ਮਾਲਕ ਲੰਘਦਾ ਜਾਂਦਾ ਠੁੱਡਾ ਮਾਰ ਜੇ ਤਾਂ ਵੀ ਉਹਨੇ ਉੱਥੇ ਬਹਿ ਰਹਿਣਾ। ਪਿਆਰ ਨਾਲ ਸਿਰ ਤੇ ਹੱਥ ਰੱਖ ਕੇ ਪੁਚਕਾਰ ਜਾਏ ਤਾਂ ਵੀ ਉਹਨੇ ਉੱਥੇ ਬਹਿ ਰਹਿਣਾ। ਗੁੱਸੇ ਨਾਲ ਤਾੜਨਾ ਕਰਕੇ ਪਿੱਛੇ ਕਰ ਦੇ ਤਾਂ ਵੀ ਉਹਨੇ ਛੱਡਣਾ ਨਹੀਂ ਉਹਦਾ ਦਰ। ਸੁਆਮੀ ਕੋ ਗ੍ਰਹਿ ਜਿਉ ਸਦਾ,
ਜਿਵੇਂ ਆਪਣੇ ਸੁਆਮੀ ਦਾ ਘਰ, ਸਵਾਨ ਤਜਤ ਨਹੀਂ ਨਿਤ, ਸਵਾਨ ਨਾਮ ਕੁੱਕਰ ਦਾ, ਕੁੱਤੇ ਦਾ ਹੈ, ਕਹਿੰਦੇ ਉਹ ਨਿਤ ਨਹੀਂ ਛੱਡਦਾ, ਉੱਥੇ ਹੀ ਰਹਿੰਦਾ ਦਰ ਤੇ। ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿਤ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਭਾਈ ਇਸ ਪ੍ਰਕਾਰ ਨਾਲ ਤੁਸੀਂ ਵੀ ਆਪਣੇ ਮਾਲਕ ਸੁਆਮੀ ਦੇ ਦਰ ਤੇ ਪੈ ਕੇ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਸੁਆਮੀ ਦਾ ਭਜਨ ਕਰੋ, ਆਪਣੇ ਮਾਲਕ ਦਾ ਭਜਨ ਕਰੋ, ਇੱਕ ਮਨ ਇੱਕ ਚਿੱਤ ਹੋ ਕੇ। ਤੀਰਤ ਬਰਤ ਅਰਦਾਨ ਕਰ, ਮਨ ਮੈਂ ਤਰੈ ਗੁਮਾਨ। ਬੰਦਾ ਤੀਰਥ ਯਾਤਰਾ ਕਰਦਾ, ਵਰਤ ਰੱਖਦਾ, ਦਾਨ ਕਰਦਾ, ਇਹ ਸਾਰੇ ਚੰਗੇ ਕੰਮ ਕਰਕੇ ਫਿਰ ਗੁਮਾਨ ਕਰਦਾ ਹੰਕਾਰ 'ਚ। ਹੰਕਾਰ 'ਚ ਕੀ ਕਹਿੰਦਾ, ਮੈਂ ਇੰਨੇ ਕੁੰਭ ਕਰ ਲਏ ਨੇ, ਮੈਂ ਇੰਨੇ ਤੀਰਥਾਂ ਦਾ ਇਸ਼ਨਾਨ ਕਰ ਲਿਆ, ਮੈਂ ਇੰਨੇ ਵਰਤ ਰੱਖ ਲਏ ਨੇ, ਮੈਂ ਇੰਨਾ ਦਾਨ ਪੁੰਨ ਕਰ ਲਿਆ। ਮਨ 'ਚ ਗੁਮਾਨ ਚੁੱਕ ਲੈਂਦਾ, ਹੰਕਾਰ ਚੁੱਕ ਲੈਂਦਾ। ਜਦੋਂ ਇਹ ਚੰਗੇ ਕਰਮ ਕਰਦੇ ਆ ਬੰਦਾ ਗੁਮਾਨੀ ਹੋ ਜਾਂਦਾ ਹੈ। ਮਹਾਰਾਜ ਜੀ ਇਹ ਨਹੀਂ ਕਹਿੰਦੇ ਵੀ ਤੁਸੀਂ ਚੰਗੇ ਕੰਮ ਨਾ ਕਰੋ, ਪਰ ਕਰਮ ਚੰਗੇ ਕਰਕੇ ਫਿਰ ਗੁਮਾਨ ਕਰੇ ਵੀ ਮੈਂ ਕੀਤੇ ਨੇ, ਮੈਂ ਕਰਦਾ। ਫਿਰ ਇਹ ਕਿਵੇਂ ਨੇ, ਉਦਾਹਰਣ ਦਿੰਦੇ ਹਨ। ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਕਹਿੰਦੇ ਗੁਮਾਨੀ ਬੰਦੇ ਦੇ ਕੀਤੇ ਹੋਏ ਤੀਰਥ, ਭਰਮਣ, ਵਰਤ, ਨੇਮ, ਦਾਨ, ਪੁੰਨ, ਉਹ ਇਸ ਤਰ੍ਹਾਂ ਨਿਸ਼ਫਲ ਚਲੇ ਜਾਂਦੇ ਨੇ ਜਿਵੇਂ ਹਾਥੀ ਦਾ ਕੀਤਾ ਇਸ਼ਨਾਨ। ਹਾਥੀ ਜਦੋਂ ਨਹਾ ਕੇ ਨਿਕਲਦਾ ਨਾ ਤਲਾਬ ਚੋਂ, ਸਭ ਤੋਂ ਪਹਿਲਾ ਕੰਮ ਪਤਾ ਕੀ ਹੁੰਦਾ ਉਹਦਾ? ਨਿਕਲਦਿਆਂ ਸਾਰ ਉਹਨੇ ਆਉਣਾ ਤੇ ਬਾਹਰ ਆ ਕੇ ਮਿੱਟੀ ਦੇ ਵਿੱਚ ਚੁੱਕ ਚੁੱਕ ਮਿੱਟੀ ਸਿਰ 'ਚ ਪਾਉਣੀ ਆਪਣੇ। ਨਹਾ ਕੇ ਨਿਕਲਦਿਆਂ ਸਾਰ, ਇਹ ਨਹੀਂ ਵੀ ਉਹਨੇ ਕੋਈ ਮਿੰਟ ਲਾਉਣੇ ਨੇ, ਨਿਕਲਦਿਆਂ ਸਾਰ ਉਹਦਾ ਸੁਭਾਅ ਆ ਵੀ ਉਹਨੇ ਬਾਹਰ ਆ ਕੇ ਮਿੱਟੀ ਚੱਕ ਚੱਕ ਸਿਰ 'ਚ ਪਾਉਣੀ, ਪੌੜ ਮਾਰਨੇ ਜ਼ਮੀਨ ਤੇ। ਕਹਿੰਦੇ ਦੱਸੋ ਫਿਰ ਉਹ ਹਾਥੀ ਦੇ ਇਸ਼ਨਾਨ ਦਾ ਕੀ ਫਾਇਦਾ ਹੋਇਆ? ਨਹਾ ਕੇ ਨਿਕਲਦਿਆਂ ਫਿਰ ਮਿੱਟੀ 'ਚ ਲਿਬੜ ਗਿਆ, ਫਾਇਦਾ ਕੀ ਹੋਇਆ? ਲਾਭ ਕੀ ਹੋਇਆ ਹਾਥੀ ਨੂੰ ਭਾਈ? ਕਹਿੰਦੇ ਏਦਾਂ ਜਿਹੜੇ ਇਸ਼ਨਾਨ ਕਰਕੇ, ਤੀਰਥਾਂ ਤੇ ਭਰਮਣ ਕਰਕੇ, ਦਾਨ ਕਰਕੇ, ਵਰਤ ਕਰਕੇ ਮੁੜ ਕੇ ਨਾਲ ਹੀ ਗੁਮਾਨ ਕਰ ਲੈਣ, ਹੰਕਾਰ ਕਰ ਲੈਣ, ਤੇ ਫਿਰ ਕੀ ਲਾਭ ਹੋਇਆ? ਵੀ ਜਿੰਨੀ ਮੈਲ ਲਾਈ ਸੀ ਹੰਕਾਰ ਨਾਲ ਦੂਣੀ ਹੋਰ ਚਾੜ ਲਈ। ਜਿੰਨੀ ਮੈਲ ਲਾਈ ਸੀ, ਜਿੰਨੀ ਉਹ ਪਾਪਾਂ ਦੀ ਮੈਲ ਤੋਂ ਨਿਰਵਿਰਤ ਹੋਇਆ ਸੀ, ਉਹਨੇ ਦੂਣੇ ਪਾਪ ਹੋਰ ਚੜਾ ਲਏ ਹੰਕਾਰ ਵਿੱਚ। ਕੋਈ ਲਾਭ ਤਾਂ ਨਾ ਹੋਇਆ। ਚੰਗੇ ਕਰਮ ਕਰੋ, ਪਰ ਕਰਮ ਕਰਦਿਆਂ ਗੁਮਾਨ, ਹੰਕਾਰ ਤੋਂ ਰਹਿਤ ਹੋ ਕੇ ਕਿ ਹੇ ਪ੍ਰਭੂ, ਨਾ ਮੈਂ ਕੀਤਾ, ਨਾ ਕਰ ਸਕਦਾ, ਨਾ ਕੁਝ ਕਰਨ ਵਿੱਚ ਮੇਰੀ ਸਮਰਥ ਹੈ। ਇਹ ਪਾਵਨ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਾ ਸਰੀਰ, ਮੇਰੇ 'ਚ ਕੋਈ ਤਾਣ ਨਹੀਂ। ਕਰਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਜਦੋਂ ਕੋਈ ਕਰਮ ਕਰਕੇ ਹੰਕਾਰ ਕਰ ਲਈਏ ਤੇ ਸਾਹਿਬ ਕਹਿੰਦੇ ਹਾਥੀ ਦੇ ਇਸ਼ਨਾਨ ਵਾਂਗੂ ਉਹਦੇ ਕੀਤੇ ਹੋਏ ਕਰਮ ਨਿਸ਼ਫਲ ਨੇ, ਕਿਸੇ ਕੰਮ ਦੇ ਨਹੀਂ। ਹਾਂਜੀ। ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ। ਮਹਾਰਾਜ ਜੀ ਕਹਿੰਦੇ ਬੁਢੇਪਾ ਆ ਗਿਆ, ਸਿਰ ਕੰਬਣ ਲੱਗ ਪਿਆ, ਪੈਰ ਡਗਮਗਾਉਣ ਲੱਗ ਪਏ। ਸਿਰ ਕੰਪਿਓ ਪਗ ਡਗਮਗੇ, ਪੈਰ ਕੰਬਣ ਲੱਗ ਪਏ, ਪੈਰਾਂ ਵਿੱਚੋਂ ਤਾਕਤ ਨਹੀਂ ਰਹੀ। ਜਿਨ੍ਹਾਂ ਲੱਤਾਂ ਨਾਲ ਚੱਲ ਕੇ ਬੜੇ ਬੜੇ ਡੂੰਗਰ, ਬੜੀਆਂ ਬੜੀਆਂ ਪਹਾੜੀਏ, ਮਾਊਂਟ ਐਵਰੈਸਟ ਦੀਆਂ ਚੋਟੀਆਂ ਵੀ ਕਈਆਂ ਤੈਅ ਕੀਤੀਆਂ, ਪਰ ਅੱਜ ਪਾਣੀ ਦਾ ਕੁੱਜਾ ਸਰਾਣੇ ਪਿਆ, ਏਦਾਂ ਜਾਪਦਾ ਜਿਵੇਂ ਸੈਂਕੜੇ ਖੂਹਾਂ ਤੇ ਪਿਆ। ਨੈਣ ਜੋਤ ਤੇ ਹੀਨ, ਅੱਖਾਂ ਵਿੱਚ ਵੀ ਉਹ ਜੋਤੀ ਨਹੀਂ ਰਹੀ, ਅੱਖਾਂ ਵਿੱਚ ਵੀ ਉਹ ਪ੍ਰਕਾਸ਼ ਨਹੀਂ ਰਿਹਾ, ਉਹ ਵੀ ਜੋਤ ਤੋਂ ਹੀਣੇ ਹੋ ਗਏ। ਕਹੋ ਨਾਨਕ ਇਹ ਬਿਦ ਪਈ, ਤਉ ਨਹਰ ਰਸ ਲੀਨ। ਨੌਵੇਂ ਪਾਤਸ਼ਾਹ ਕਹਿੰਦੇ ਇਹੋ ਜੀ ਹਾਲਤ ਹੋ ਗਈ ਹੈ, ਫਿਰ ਵੀ ਹਰੀ ਦਾ ਰਸ ਨਹੀਂ ਲਿਆ।
ਫਿਰ ਵੀ ਹਲੇ ਪਦਾਰਥਾਂ ਦੇ ਰਸ ਦੇ ਵਿੱਚ ਰਸਾਕਾਰ ਹੈ। ਫਿਰ ਵੀ ਕਹਿੰਦਾ 4 ਦਿਨ ਜ਼ਿੰਦਗੀ ਦੇ ਹਾਲੇ ਹੋਰ ਵਧੀਆ ਢੰਗ ਨਾਲ ਬਤੀਤ ਕਰ ਲਈਏ। ਸਰੀਰ ਭਾਵੇਂ ਕੰਬਦਾ ਹੋਵੇ, ਸਿਰ ਹਿੱਲਦਾ ਹੋਵੇ, ਤੇ ਉਹ ਹਿੱਲਦੇ ਸਰੀਰਾਂ ਵਾਲੇ ਪੈਰਾਂ ਦੇ ਨਾਲ ਨਾ ਚੱਲਣ ਵਾਲਿਆਂ ਨੂੰ ਵੀ ਬੋਤਲਾਂ ਦੇ ਡੱਟ ਖੋਲ ਕੇ ਪੀਂਦੇ ਆ ਵੇਖਿਆ ਸਮਾਜ ਵਿੱਚ। ਤਾਂ ਉਹਦਾ ਹਰ ਰਸ ਲੀਨ, ਫਿਰ ਵੀ ਉਹਨਾਂ ਨੂੰ ਹਰੀ ਦਾ ਰਸ ਨਹੀਂ ਆਇਆ। ਫਿਰ ਵੀ ਉਹਨਾਂ ਦੀ ਜ਼ਿੰਦਗੀ ਉਸੇ ਭੈੜੇ ਵਿਸ਼ੇ ਵਿਕਾਰਾਂ ਵਿੱਚ ਹੀ ਬਤੀਤ ਹੋ ਰਹੀ ਹੈ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ। ਬਾਦਸ਼ਾਹ ਕਹਿੰਦੇ ਮੈਂ ਆਪਣਾ ਕਰਕੇ ਵੇਖਿਆ, ਸਾਰੇ ਜਗਤ ਨੂੰ ਬਣਾ ਕੇ ਵੇਖਿਆ, ਬੜਿਆਂ ਨੂੰ ਵੀ ਆਪਣੇ ਬਣ ਜਾਣ ਬਣ ਜਾਣ ਬਣ ਜਾਣ, ਪਰ ਵੇਖਿਆ ਕੋਈ ਕਿਸੇ ਦਾ ਨਹੀਂ ਹੈ। ਕੋ ਕਾਹੂ ਕੋ ਨਾਹੀ, ਇਹਨਾਂ ਵਿੱਚੋਂ ਕੋਈ ਕਿਸੇ ਦਾ ਨਹੀਂ ਹੈ। ਆਪਣੇ ਕਰ ਕਰਕੇ ਵੇਖਿਆ, ਬਣਾ ਕੇ ਵੇਖਿਆ, ਪਰ ਕੋਈ ਕਿਸੇ ਦਾ ਨਹੀਂ। ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੀ। ਮਹਾਰਾਜ ਜੀ ਕਹਿੰਦੇ ਜੇ ਕੁਝ ਥਿਰ ਹੈ ਜੋ ਤੇਰਾ ਆਪਣਾ ਹੈ, ਪਾਤਸ਼ਾਹ ਕਹਿੰਦੇ ਉਹ ਹਰੀ ਪਰਮੇਸ਼ਰ ਦੀ ਭਗਤੀ ਹੈ। ਉਹਨੂੰ ਆਪਣਾ ਕਰ ਲੈ, ਉਹ ਤੇਰੀ ਰਹੇਗੀ। ਤੇ ਰਾਖੋ ਮਨ ਮਾਹੇ, ਉਸ ਪਰਮੇਸ਼ਰ ਦੀ ਭਗਤੀ ਨੂੰ ਆਪਣੇ ਮਨ 'ਚ ਰੱਖ, ਨਿਰੰਕਾਰ ਦੀ ਭਗਤੀ ਨੂੰ ਆਪਣੇ ਹਿਰਦੇ ਵਿੱਚ ਵਸਾ। ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ। ਜਗਤ ਦੀ ਇਹ ਰਚਨਾ ਝੂਠੀ ਹੈ। ਹੇ ਮੇਰੇ ਮਿੱਤਰ, ਜਗਤ ਦੀ ਇਸ ਰਚਨਾ ਨੂੰ ਇਹ ਸਮਝ ਲੈ ਵੀ ਇਹ ਝੂਠੀ ਹੈ। ਇਹ ਸਾਰੀ ਰਚਨਾ ਕਲਪਨਾ ਹੈ, ਤੇਰੇ ਮਨ ਦੀ ਕੀਤੀ ਹੋਈ ਕਲਪਨਾ ਹੈ। ਇਹ ਮਿਥਿਆ ਹੈ। ਇਹ ਸਾਰੇ ਜਗਤ ਦੀ ਰਚਨਾ ਝੂਠ ਹੈ। ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਕੁਝ ਵੀ ਥਿਰ ਨਹੀਂ ਰਹਿਣ ਵਾਲਾ। ਜਿਵੇਂ ਬਾਲੂ ਦੀ ਰੇਤ ਦੀ ਕੰਧ ਹੁੰਦੀ ਹੈ, ਜਿਉਂ ਬਾਲੂ ਕੀ ਭੀਤ, ਜਿਵੇਂ ਬਾਲੂ ਰੇਤ ਦੀ ਕੰਧ ਹੁੰਦੀ ਹੈ ਨਾ, ਇਸੇ ਤਰ੍ਹਾਂ ਇਸ ਜਗਤ ਦੀ ਰਚਨਾ, ਇਸ ਦੇ ਵੀ ਕਿਰਦਿਆਂ, ਇਸ ਦੇ ਵੀ ਢਹਿੰਦਿਆਂ ਦੇਰੀ ਨਹੀਂ ਹੈ। ਸਾਹਿਬ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਅਗਲੇ ਸ਼ਲੋਕ ਫਿਰ ਮਾਤਾ ਜੀ, ਮਾਤਾ ਗੁਜਰੀ ਜੀ ਆਪਣੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਪਰਥਾਏ ਉਚਾਰਨ ਕਰ ਰਹੇ ਨੇ। ਕੱਲ ਨੂੰ ਰਹਿੰਦੇ ਸ਼ਲੋਕਾਂ ਨੂੰ ਵਿਚਾਰ ਕੇ ਸਮਾਪਤੀ ਕਰਾਂਗੇ। ਗੁਰੂ ਸਾਹਿਬ ਕਰਾਉਣਗੇ। ਸਾਡੀਆਂ ਹਾਜ਼ਰੀਆਂ ਨੌਵੇਂ ਪਾਤਸ਼ਾਹ ਚਰਨਾਂ 'ਚ ਲਾਉਣ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੱਲ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਲਈਏ। ਸਾਹਿਬ ਦੀ ਪਾਵਨ ਬਾਣੀ ਦੀ ਕਥਾ ਦੀ ਸਮਾਪਤੀ ਦਾ ਸ਼ੁਕਰਾਨਾ ਕਰੀਏ। ਸ਼ੁਕਰਾਨੇ ਦੀ ਅਰਦਾਸ ਵਿੱਚ ਔਰ ਜਗਤ ਜਲੰਦੇ ਨੂੰ ਠਾਰਨ ਦੀ ਅਰਦਾਸ ਵਿੱਚ ਸਾਰਿਆਂ ਨੇ ਕੱਲ ਦੇ ਸਮਾਗਮਾਂ ਵਿੱਚ, ਅੰਮ੍ਰਿਤ ਵੇਲੇ ਦੀਵਾਨਾਂ ਵਿੱਚ, ਕਥਾ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਔਰ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਲੈਣਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
वाहिगुरु जी का खालसा वाहिगुरु जी की फतेह।